ਸਿਮਰਨ ਮਾਪਿਆਂ ਦੀ ਜੇਠੀ ਧੀ ਸੀ। ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਜਿਸ ਦੇ ਘਰ ਜੇਠਾ ਬੱਚਾ ਕੁੜੀ ਹੋਵੇ ਉਸ ਦੇ ਕੁੜੀਆਂ ਹੀ ਹੋਣਗੀਆਂ। ਪਹਿਲਾਂ ਲੋਕਾਂ ਦੇ ਵਿਚਾਰ ਵੀ ਇਹ ਸੀ ਕਿ ਰਤਨ ਸਿੰਘ ਦੇ ਘਰ ਕੁੜੀਆਂ ਦੀ ਕਤਾਰ ਲੱਗਣ ਵਾਲੀ ਹੈ। ਜਦੋਂ ਜਨਮ ਹੋਇਆ ਉਸ ਦੀ ਮਾਂ ਅਮਰ ਕੌਰ ਬਹੁਤ ਖੁਸ਼ ਹੋਈ ਤੇ ਸੋਚਦੀ ਏ ਕਿ ਮੇਰੀ ਧੀ ਵੱਡੀ ਹੋ ਕੇ ਮੇਰਾ ਸਹਾਰਾ ਬਣੇਗੀ, ਮੇਰੀ ਧੀ ਮੇਰੇ ਨਾਲ ਦੁੱਖ ਸੁੱਖ ਕਰਿਆ ਕਰੇਗੀ। ਜਦੋਂ ਮੈਂ ਬਿਮਾਰ ਹੋਵਾਂ ਮੇਰੀ ਧੀ ਮੇਰਾ ਸਹਾਰਾ ਬਣੇਗੀ। ਅੱਜ ਤੋਂ ਮੇਰੀ ਧੀ ਦਾ ਨਾਂ ਸਿਮਰਨ ਕੌਰ ਹੈ। ਅਮਰ ਕੌਰ ਸਿਮਰਨ ਨੂੰ ਬਹੁਤ ਪਿਆਰ ਕਰਦੀ ਸੀ। ਪਹਿਲਾਂ ਤਾਂ ਰਤਨ ਸਿੰਘ ਕੁੜੀ ਹੋਣ ਤੇ ਨਫ਼ਰਤ ਕਰਦਾ ਸੀ। ਬਾਅਦ ਵਿੱਚ ਸਿਮਰਨ ਨੇ ਪਾ ਬੋਲਣ ਤੇ ਉਸ ਨੂੰ ਵੀ ਕੀਲ ਲਿਆ। ਉਸ ਦੀਆਂ ਨਿੱਕੀਆਂ ਸ਼ਰਾਰਤਾਂ ਨੇ ਰਤਨ ਦੇ ਦਿਲ ਵਿੱਚ ਵੀ ਉਸ ਦੇ ਲਈ ਮੋਹ ਪੈਦਾ ਕਰ ਦਿੱਤਾ। ਸਿਮਰਨ ਤੋਂ ਪਿੱਛੋਂ ਉਹਨਾਂ ਦੇ ਘਰ 2 ਮੁੰਡੇ ਹੋਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਹਰਮੀਤ ਸੀ ਤੇ ਦੂਜੇ ਦਾ ਨਾਂ ਗੁਰਜੀਤ ਸੀ। ਰਤਨ ਸਿੰਘ ਖੇਤੀਬਾੜੀ ਕਰਦਾ ਸੀ। ਉਸਦੇ ਕੋਲ 5 ਕਿੱਲੇ ਪੈਲੀ ਸੀ, ਉਹ ਵੀ ਰੇਤਲੀ। ਉੱਤੋਂ ਕੋਈ ਉਸਦੇ ਕੋਲ ਟਰੈਕਟਰ ਨਹੀਂ ਸੀ। ਉਸਨੇ ਕਿਸੇ ਦੇ ਕੋਲੋਂ ਕਿਰਾਏ ਤੇ ਪੈਲੀ ਬਹਾਉਣੀ। ਹੱਡ ਤੋੜ ਮਿਹਨਤ ਕਰਨ ਤੋਂ ਬਾਅਦ ਵੀ ਉਸਦੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਰੇਤਲੀ ਜ਼ਮੀਨ ਉੱਤੇ ਨਰਮੇ, ਕਪਾਹ, ਕਣਕ ਦੀ ਖੇਤੀ ਹੁੰਦੀ ਸੀ। ਝੋਨੇ ਨੂੰ ਇਹ ਜ਼ਮੀਨ ਵਾਰਾ ਨਹੀਂ ਸੀ ਖਾਂਦੀ। ਸਿਮਰਨ ਥੋੜੀ ਵੱਡੀ ਹੋਈ, ਆਪਣੀ ਮਾਂ ਦੇ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੀ। ਉਹ ਮਾਵਾਂ ਧੀਆਂ ਆਪਸ ਵਿੱਚ ਖੇਡਦੀਆਂ ਰਹਿੰਦੀਆਂ। ਉਸਦੀ ਮਾਂ ਉਸਨੂੰ ਚੂਰੀ ਕੁੱਟ ਕੇ ਖਵਾਉਂਦੀ। ਭਾਵੇਂ ਉਹ ਮੀਤ ਤੇ ਜੀਤ ਤੋਂ ਵੱਡੀ ਸੀ, ਪਰ ਫਿਰ ਵੀ ਉਹ ਆਪਣੀ ਮਾਂ ਨਾਲ ਹੀ ਸੌਂਦੀ ਸੀ। ਮਾਂ ਨੇ ਜਦੋਂ ਸਿਮਰਨ ਨੂੰ ਆਪਣੀ ਬਾਂਹ ਦਾ ਸਹਾਰਾ ਦੇਣਾ, ਉਸਦੀ ਸਾਰੀ ਥਕਾਨ ਦੂਰ ਹੋ ਜਾਂਦੀ ਸੀ ਤੇ ਉਸਨੇ ਬਾਂਹ ਰੱਖ ਕੇ ਆਪਣੇ ਨਾਲ ਘੁੱਟ ਲੈਣਾ। ਉਹ 5 ਕੁ ਸਾਲ ਦੀ ਸੀ। ਉਸਨੇ ਇਸ ਸਾਲ ਪੜ੍ਹਨ ਲੱਗਣਾ ਸੀ, ਪਰ ਅਚਾਨਕ ਸਿਮਰਨ ਦੀ ਮਾਂ ਦੀ ਤਬੀਅਤ ਖਰਾਬ ਹੋ ਜਾਂਦੀ ਏ। ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਕਿ ਉਸਦੀ ਮਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਸ਼ੂਗਰ ਜ਼ਿਆਦਾ ਵਧਣ ਕਰਕੇ ਉਸਦੀ ਮਾਂ ਬਿਮਾਰ ਰਹਿਣ ਲੱਗੀ। ਸਿਮਰਨ ਦਾ ਸਕੂਲ ਜਾਣ ਦਾ ਸੁਪਨਾ ਹੀ ਬਣ ਕੇ ਰਹਿ ਗਿਆ। ਉਹ ਘਰ ਦਾ ਸਾਰਾ ਕੰਮ ਕਰਦੀ ਤੇ ਖੇਤ ਆਪਣੇ ਬਾਪੂ ਨੂੰ ਰੋਟੀ ਵੀ ਫੜਾ ਕੇ ਆਉਂਦੀ। ਉਹ ਆਪਣੇ ਦੋਵਾਂ ਭਰਾਵਾਂ ਨੂੰ ਬਹੁਤ ਪਿਆਰ ਕਰਦੀ ਸੀ। ਮਾਂ ਦੀ ਦੇਖਭਾਲ ਤੇ ਉਸ ਨੂੰ ਦਵਾਈ ਦੇਣ ਦਾ ਕੰਮ ਵੀ ਉਸ ਦੇ ਸਿਰ ਤੇ ਆ ਗਿਆ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਹਰਮੀਤ ਵੀ ਪੜ੍ਹਨੋਂ ਹਟ ਗਿਆ ਤੇ ਆਪਣੇ ਬਾਪੂ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗਾ, ਕਿਉਂਕਿ ਉਸ ਦਾ ਪੜ੍ਹਾਈ ਵਿੱਚ ਹੱਥ ਥੋੜਾ ਤੰਗ ਹੀ ਸੀ। ਗੁਰਜੀਤ ਨੇ ਪੜ੍ਹਾਈ ਜਾਰੀ ਰੱਖੀ। ਸਿਮਰਨ ਵੀ ਜਵਾਨ ਹੋ ਰਹੀ ਸੀ। ਹੁਣ ਅਮਰ ਕੌਰ ਦੀ ਹਾਲਤ ਵਿੱਚ ਵੀ ਸੁਧਾਰ ਆ ਗਿਆ ਸੀ। ਉਹ ਤੁਰ ਫਿਰ ਲੈਂਦੀ ਸੀ ਤੇ ਮੰਜੇ ਤੇ ਬੈਠੇ ਹੀ ਕਈ ਕੰਮ ਕਰ ਲੈਂਦੀ ਸੀ। ਉਸਨੇ ਆਪਣੀ ਧੀ ਦਾ ਦਾਜ ਬਣਾਉਣਾ ਸ਼ੁਰੂ ਕਰ ਦਿੱਤਾ। ਕੁਝ ਸਾਲਾਂ ਬਾਅਦ ਉਸਦੀ ਹਾਲਤ ਵਿੱਚ ਕੁਝ ਹੋਰ ਸੁਧਾਰ ਆਇਆ ਤੇ ਉਹ ਘਰ ਦੇ ਕਾਫੀ ਕੰਮ ਕਰਨ ਜੋਗੀ ਹੋ ਗਈ ਸੀ। ਸਿਮਰਨ ਦਾ ਵਿਆਹ ਕਰ ਦਿੱਤਾ। ਇਸ ਤੋਂ ਬਾਅਦ ਮੀਤ ਤੇ ਗੁਰਜੀਤ ਦਾ ਵੀ ਵਿਆਹ ਹੋ ਗਿਆ। ਸਿਮਰਨ ਦਾ ਸਹੁਰਾ ਪਰਿਵਾਰ ਕਾਫੀ ਵੱਡਾ ਸੀ ਤੇ ਉਹ ਇਕੱਠੇ ਹੀ ਰਹਿੰਦੇ ਸੀ। ਉਸਦਾ ਘਰ ਵਾਲਾ ਇਮਾਨਦਾਰ, ਮਿਹਨਤੀ ਤੇ ਭੋਲਾ ਭਾਲਾ ਸੀ। ਉਹਨਾਂ ਦੀ ਕੁਝ ਜ਼ਮੀਨ ਆਪਣੀ ਸੀ ਤੇ ਕਾਫੀ ਠੇਕੇ ਤੇ ਲੈ ਕੇ ਬੀਜਦੇ ਸੀ। ਉਹ ਵਿਚਾਰਾ ਕੰਮ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੰਦਾ, ਪਰ ਖੇਤੀਬਾੜੀ ਦਾ ਹਿਸਾਬ ਕਿਤਾਬ ਬਾਪੂ ਤੇ ਉਸਦੇ ਛੋਟੇ ਭਰਾ ਦੇ ਹੱਥ 'ਚ ਸੀ। ਇਸ ਲਈ ਉਹ ਵਿਚਾਰਾ ਕੰਮ ਕਰਨ ਜੋਗਾ ਹੀ ਸੀ। ਖਾਣ ਨੂੰ ਤਾਂ ਕੋਈ ਹੋਰ ਹੀ ਹੁੰਦਾ ਸੀ। ਸਿਮਰਨ ਦੇ ਘਰ 3 ਕੁੜੀਆਂ ਹੋਈਆਂ। 2 ਕੁੜੀਆਂ ਮਰ ਗਈਆਂ ਤੇ ਇੱਕ ਬਚ ਗਈ। ਜੋ ਉਸਦੇ ਕੋਲ ਸੀ ਉਸ ਨੂੰ ਸਾਰੇ ਮੇਣੇ ਮਾਰਦੇ ਰਹਿੰਦੇ। ਕਈ ਵਾਰ ਘਰ ਵਿੱਚ ਕਲੇਸ਼ ਵੀ ਪੈਣਾ ਤੇ ਉਸਦਾ ਘਰ ਵਾਲਾ ਉਸ ਨੂੰ ਕੁੱਟਦਾ ਵੀ। ਜਠਾਣੀਆਂ ਦਰਾਣੀਆਂ ਉਸ ਨੂੰ ਮੇਣੇ ਮਾਰਦੀਆਂ।
ਸੱਸ ਉਸ ਨੂੰ ਕਦੇ ਨਿਪੁੱਤੀ, ਕਾਲੇ ਮੂੰਹ ਵਾਲੀ, ਪਤਾ ਨਹੀਂ ਹੋਰ ਕੀ ਕੁਝ ਕਹਿੰਦੀ ਸੀ। ਜੇ ਕੋਈ ਉਸ ਨੂੰ ਹੌਸਲਾ ਦਿੰਦਾ ਤਾਂ ਉਹ ਉਸ ਦੀ ਮਾਂ ਸੀ। ਉਹ ਜਦੋਂ ਪੇਕੇ ਜਾਂਦੀ ਤੇ ਆਪਣੀ ਮਾਂ ਦੇ ਗਲ ਲੱਗ ਕੇ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ। ਇੱਕ ਮਾਂ ਹੀ ਸੀ ਜੋ ਉਸ ਨੂੰ ਸਮਝਦੀ ਸੀ। ਉਸ ਦੇ ਗਲ ਲੱਗ ਕੇ ਉਹ ਕਿੰਨਾ ਚਿਰ ਰੋਂਦੀ ਰਹਿੰਦੀ। ਉਸ ਦੀ ਮਾਂ ਹਮੇਸ਼ਾ ਉਸ ਨੂੰ ਕਹਿੰਦੀ, ਕੋਈ ਗੱਲ ਨਹੀਂ ਪੁੱਤ, ਰੱਬ ਚੰਗੇ ਦਿਨ ਵੀ ਲਿਆਊਗਾ, ਤੂੰ ਹੌਸਲਾ ਰੱਖਿਆ ਕਰ। ਕੁਝ ਸਮਾਂ ਲੰਘਿਆ ਤੇ ਹਰਮੀਤ ਦੀ ਘਰਵਾਲੀ ਕੋਲ ਬੱਚਾ ਹੋਣ ਵਾਲਾ ਸੀ। ਜਦੋਂ ਹੀ ਉਸ ਨੂੰ ਸਿਮਰਨ ਦੇ ਆਉਣ ਦੀ ਖਬਰ ਮਿਲੀ, ਉਸ ਦੇ ਆਉਣ ਤੋਂ ਪਹਿਲਾਂ ਹੀ ਉਹ ਆਪਣੇ ਪੇਕੇ ਚਲੀ ਗਈ ਕਿ ਕਿਤੇ ਸਿਮਰਨ ਮੱਥੇ ਨਾ ਲੱਗ ਜਾਵੇ, ਕਿਉਂਕਿ ਉਸ ਦੇ ਕੋਲ ਕੁੜੀਆਂ ਸੀ ਤੇ ਉਸ ਦੀਆਂ 2 ਕੁੜੀਆਂ ਮਰ ਵੀ ਗਈਆਂ ਸੀ। ਉਸ ਦੀ ਭਾਬੀ ਉਸ ਤੋਂ ਬਹੁਤ ਵਹਿਮ ਕਰਦੀ ਸੀ। ਜਦੋਂ ਸਿਮਰਨ ਪੇਕੇ ਆਈ ਤੇ ਸਿਮਰਨ ਨੇ ਆਪਣੀ ਮਾਂ ਤੋਂ ਪੁੱਛਿਆ ਕਿ ਭਾਬੀ ਕਿੱਥੇ ਏ, ਤਾਂ ਉਸ ਦੀ ਮਾਂ ਨੇ ਪਰਦਾ ਪਾਉਂਦਿਆਂ ਕਿਹਾ, ਪੁੱਤ ਤੇਰੀ ਭਾਬੀ ਦੇ ਪੇਕੇ 2 ਦਿਨ ਪਹਿਲਾਂ ਹੀ ਉਸ ਨੂੰ ਲੈ ਕੇ ਚਲੇ ਗਏ ਸੀ। 2 ਮਹੀਨਿਆਂ ਬਾਅਦ ਮੀਤ ਦੀ ਘਰਵਾਲੀ ਕੋਲ ਮੁੰਡਾ ਹੋਇਆ। ਸਾਰੇ ਬਹੁਤ ਖੁਸ਼ ਸੀ। ਸਿਮਰਨ ਆਪਣੇ ਪੇਕੇ ਜਾਣਾ ਚਾਹੁੰਦੀ ਸੀ, ਪਰ ਸਿਮਰਨ ਦੀ ਸੱਸ ਦੇ ਕਹੇ ਬੋਲ ਹੁਣ ਤੂੰ ਲੱਗੇਂਗੀ ਉਸ ਦੇ ਮੱਥੇ। ਉਸ ਦੇ ਜਿਵੇਂ ਪੈਰ ਹੀ ਬੰਨ੍ਹ ਦਿੱਤੇ ਹੋਣ। ਸਮਾਂ ਆਪਣੀ ਚਾਲ ਚੱਲਦਾ ਗਿਆ। ਉਹ ਦਿਨ ਵੀ ਆ ਗਿਆ ਜਿਸ ਦਿਨ ਦਾ ਸਿਮਰਨ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਪਰਮਾਤਮਾ ਨੇ ਸਿਮਰਨ ਦੇ ਘਰ ਪੁੱਤਰ ਦੀ ਦਾਤ ਬਖਸ਼ੀ। ਉਸ ਦਾ ਮੁੰਡਾ ਬਹੁਤ ਹੀ ਸੋਹਣਾ ਸੀ। ਉਸ ਦੀ ਮਾਂ ਨੇ ਮੁੰਡੇ ਨੂੰ ਗੁੜਤੀ ਦਿੱਤੀ। ਕਿੰਨੀਆਂ ਸੁੱਖਾਂ ਸੁੱਖ ਕੇ ਲਿਆ ਸੀ। ਇਸ ਪੁੱਤ ਤੋਂ 2 ਸਾਲ ਬਾਅਦ ਉਸ ਦੇ ਘਰ ਇੱਕ ਹੋਰ ਪੁੱਤ ਨੇ ਜਨਮ ਲਿਆ। ਸਿਮਰਨ ਦੀ ਜ਼ਿੰਦਗੀ ਵਿੱਚ ਇਹ ਪਲ ਬਹੁਤ ਅਨਮੋਲ ਸੀ। ਹੁਣ ਸਿਮਰਨ ਕੋਲ 2 ਮੁੰਡੇ, 1 ਕੁੜੀ ਸੀ। ਇਹ ਕੁਝ ਹੀ ਸਮਾਂ ਸੀ ਜੋ ਚੰਗਾ ਆਇਆ ਸੀ। ਉਸਦਾ ਘਰ ਖੁਸ਼ੀਆਂ ਨਾਲ ਭਰ ਗਿਆ। ਉਸਦੇ ਬੱਚੇ ਵੱਡੇ ਹੋਣ ਲੱਗੇ। ਉਸਨੇ ਉਹਨਾਂ ਨੂੰ ਪੜ੍ਹਨੇ ਲਾ ਦਿੱਤਾ। ਕੁਝ ਸਾਲਾਂ ਬਾਅਦ ਸਿਮਰਨ ਦੀ ਮਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ। ਉਸ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ। ਜਿਵੇਂ ਹੀ ਸਿਮਰਨ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਹਾਲਤ ਬਹੁਤ ਖਰਾਬ ਹੈ, ਉਹ ਜਲਦੀ ਨਾਲ ਆਪਣੇ ਬੱਚੇ ਲੈ ਕੇ ਹਸਪੀਟਲ ਪਹੁੰਚ ਗਈ। ਉਸ ਦੀ ਮਾਂ ਆਖਰੀ ਸਾਹਾਂ ਤੇ ਸੀ। ਜਿਵੇਂ ਹੀ ਸਿਮਰਨ ਆਪਣੀ ਮਾਂ ਕੋਲ ਪਹੁੰਚੀ, ਉਸ ਦੀ ਮਾਂ ਨੇ ਸਿਮਰਨ ਨਾਲ 1-2 ਗੱਲਾਂ ਕੀਤੀਆਂ ਤੇ ਉਸ ਦੀ ਨਿਗਾਹ ਸਿਮਰਨ ਤੇ ਹੀ ਰਹਿ ਗਈ। ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ, ਜਿਵੇਂ ਉਸ ਦੀ ਮਾਂ ਸਿਮਰਨ ਦੀ ਹੀ ਉਡੀਕ ਕਰ ਰਹੀ ਹੋਵੇ। ਸਿਮਰਨ ਨੂੰ ਆਪਣੀ ਮਾਂ ਦੇ ਮਰਨ ਤੇ ਬਹੁਤ ਵੱਡਾ ਝਟਕਾ ਲੱਗਦਾ ਏ। 2 ਸਾਲਾਂ ਬਾਅਦ ਸਿਮਰਨ ਦਾ ਬਾਪੂ ਵੀ ਮੰਜਾ ਫੜ ਬੈਠ ਗਿਆ। ਉਸ ਦਾ ਪੋਤਾ ਹੀ ਉਸ ਨੂੰ ਨਿਭਾਉਂਦਾ ਧਵਾਉਂਦਾ। ਹੁਣ ਤਾਂ ਉਸ ਦੇ ਪੇਕਿਆਂ ਦੇ ਘਰ ਉੱਤੇ ਉਸ ਦੀਆਂ ਭਰਜਾਈਆਂ ਦਾ ਹੀ ਰਾਜ ਚੱਲਣ ਲੱਗਾ। ਉਹ 2 ਰੋਟੀਆਂ ਸਿਮਰਨ ਦੇ ਬਾਪੂ ਨੂੰ ਦੇ ਛੱਡਦੀਆਂ। ਉਸ ਦਾ ਬਾਪੂ ਥੋੜਾ ਜਿਹਾ ਉੱਚਾ ਸੁਣਦਾ ਸੀ। ਉਹ ਉਸ ਨੂੰ ਬੁਰਾ ਭਲਾ ਬੋਲਦੀਆਂ ਰਹਿੰਦੀਆਂ, ਕਿਉਂਕਿ ਉਹਨਾਂ ਨੂੰ ਉਸ ਦੇ ਕੱਪੜੇ ਧੋਣੇ, ਰੋਟੀ ਬਣਾਉਣੀ ਪੈਂਦੀ ਸੀ। ਸਿਮਰਨ ਦੇ ਦੋਵੇਂ ਭਰਾ ਉਸ ਦੀਆਂ ਭਰਜਾਈਆਂ ਦੇ ਸਾਹਮਣੇ ਬਿਲਕੁਲ ਨਹੀਂ ਸੀ ਬੋਲਦੇ। ਇਸ ਵਾਰ ਕਣਕ ਦੀਆਂ ਵਾਢੀਆਂ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਹੋਈਆਂ। ਸਿਮਰਨ ਆਪਣੇ ਪੇਕੇ ਆ ਗਈ, ਕਿਉਂਕਿ ਉਸ ਦੇ ਬੱਚੇ ਬੜਾ ਜਿੱਦ ਕਰਦੇ ਸੀ ਆਪਣੇ ਨਾਨਕੇ ਜਾਣ ਨੂੰ। ਕਿਉਂਕਿ ਉਹ ਆਪਣੀ ਮਾਂ ਨੂੰ ਕਹਿੰਦੇ ਸੀ ਕਿ ਛੁੱਟੀਆਂ 'ਚ ਸਾਰੇ ਬੱਚੇ ਆਪਣੇ ਨਾਨਕੇ ਜਾਂਦੇ ਨੇ, ਅਸੀਂ ਵੀ ਆਪਣੇ ਨਾਨਕੇ ਜਾਣਾ ਹੈ। ਉਹਨਾਂ ਦੀ ਜਿੱਦ ਕਰਕੇ ਸਿਮਰਨ ਨੂੰ ਆਪਣੇ ਬੱਚਿਆਂ ਨੂੰ ਨਾਨਕੇ ਲੈ ਕੇ ਆਉਣਾ ਪਿਆ। ਸਿਮਰਨ ਨੇ ਸੋਚਿਆ ਕਿ ਚੱਲ 2-4 ਦਿਨ ਲਾ ਆਉਣੇ ਆ। ਜਦੋਂ ਉਹ ਆਪਣੇ ਪੇਕੇ ਪਹੁੰਚੀ ਤਾਂ ਉਸ ਨੂੰ ਕਿਸੇ ਨੇ ਪਾਣੀ ਵੀ ਨਾ ਪੁੱਛਿਆ। ਉਸ ਦਾ ਭਰਾ ਚਾਹ ਬਣਾਉਣ ਲੱਗਾ। ਸਿਮਰਨ ਕਹਿੰਦੀ, ਵੀਰੇ ਬਸ ਮੈਂ ਆਪੇ ਬਣਾ ਲੈਣੀ ਆ। ਸਿਮਰਨ ਨੂੰ ਉਸ ਦਾ ਘਰ ਖਾਣ ਨੂੰ ਆ ਰਿਹਾ ਸੀ, ਕਿਉਂਕਿ ਉਸ ਦੀ ਮਾਂ ਨਹੀਂ ਸੀ ਜਿਸ ਦੇ ਗਲ ਲੱਗ ਕੇ ਉਹ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ।
ਉਸ ਦੀਆਂ ਭਰਜਾਈਆਂ ਉਸ ਨੂੰ ਗੱਲਾਂ-ਗੱਲਾਂ ਵਿੱਚੋਂ ਸੁਣਾ ਰਹੀਆਂ ਸੀ ਕਿ ਭਾਈ ਕਲਯੁਗ ਹੈ, ਅੱਜ-ਕੱਲ ਤਾਂ ਆਪਣੇ ਘਰ ਹੀ ਰਹਿਣਾ ਚਾਹੀਦਾ ਹੈ। ਅੱਜ-ਕੱਲ ਤਾਂ ਆਪਣੀਆਂ ਰੋਟੀਆਂ ਹੀ ਮਸਾਂ ਪੱਕਦੀਆਂ ਨੇ। ਇਹਨਾਂ ਨੂੰ ਕਿੱਥੋਂ ਬਣਾ ਕੇ ਖਵਾਈਏ ਇੰਨੀ ਗਰਮੀ 'ਚ। ਲੋਕ ਐਵੇਂ ਹੀ ਮੂੰਹ ਚੱਕ ਕੇ ਤੁਰੇ ਫਿਰਦੇ ਨੇ। ਦੂਜੀ ਭਾਬੀ ਨੇ ਕਿਹਾ, ਕਈ ਤਾਂ ਪੈਸਿਆਂ ਤੇ ਸੂਟਾਂ ਦੀਆਂ ਮਾਰੀਆਂ ਤੁਰੀਆਂ ਫਿਰਦੀਆਂ ਨੇ। ਅਸੀਂ ਕਿੱਥੋਂ ਰੋਜ਼ ਤੁਹਾਡੇ ਢਿੱਡ ਭਰੀਏ। ਤਾਨੇ ਮਿਹਣੇ ਸੁਣਨ ਤੋਂ ਬਾਅਦ ਉਹ ਆਪਣੇ ਬਾਪੂ ਕੋਲ ਗਈ। ਆਪਣੀ ਧੀ ਨੂੰ ਵੇਖਦਿਆਂ ਹੀ ਉਸਦੇ ਬਾਪੂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸਨੇ ਕੰਬਦਾ ਹੋਇਆ ਹੱਥ ਸਿਮਰਨ ਦੇ ਸਿਰ ਉੱਤੇ ਰੱਖ ਦਿੱਤਾ। ਸਿਮਰਨ ਨੇ ਆਪਣੇ ਆਪ ਨੂੰ ਰੋਣ ਤੋਂ ਮਸਾਂ ਸੰਭਾਲਿਆ ਤੇ ਬਾਹਰ ਆ ਗਈ। ਰਾਤ ਨੂੰ ਭਰਾ ਕਹਿਣ ਲੱਗਾ, ਹੁਣ ਤਾਂ ਭੈਣੇ ਰਹੇਂਗੀ ਤੂੰ ਕੁਝ ਦਿਨ। ਉਹ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉਸਦੀ ਭਰਜਾਈ ਬੋਲੀ, ਭਾਈ ਜੇ ਰਹਿਣਾ ਏ ਤਾਂ ਠੀਕ ਹੈ, ਨਹੀਂ ਤਾਂ ਸਵੇਰੇ ਸੇ ਵਾਲੀ ਬੱਸ ਤੇ ਬਿਠਾ ਦੇਵਾਂਗੇ। ਸਿੱਧੀ ਜਾਊਗੀ, ਨਹੀਂ ਤਾਂ ਰਸਤੇ ਵਿੱਚ ਬੱਸਾਂ ਬਦਲਦੇ ਫਿਰੋਂਗੇ। ਸਿਮਰਨ ਨੇ ਕਿਹਾ, ਨਹੀਂ ਭਾਬੀ ਘਰੇ ਨਹੀਂ ਸਰਦਾ, ਕੱਲ ਹੀ ਚਲੇ ਜਾਵਾਂਗੇ। ਸਿਮਰਨ ਨੇ ਐਨਾ ਕਿਹਾ ਤੇ ਉਹ ਆਪਣੇ ਮੂੰਹ ਤੇ ਖੇਸ ਲੈ ਕੇ ਪੈ ਗਈ। ਸਿਮਰਨ ਦਾ ਦਮ ਘੁੱਟਣ ਲੱਗਾ। ਉਸਨੇ ਆਪਣੇ ਪੇਕੇ ਘਰੇ ਰਾਤ ਬੜੀ ਹੀ ਮੁਸ਼ਕਿਲ ਨਾਲ ਕੱਢੀ ਕਿ ਕਿਤੇ ਬੱਸ ਨਾ ਖੁੰਝ ਜਾਵੇ। ਇਸ ਗੱਲੋਂ ਉਸਦੀ ਭਰਜਾਈ ਨੇ ਉਸ ਨੂੰ ਟਾਈਮ ਤੋਂ ਪਹਿਲਾਂ ਹੀ ਉਠਾ ਦਿੱਤਾ ਤੇ ਚਾਹ ਬਣਾ ਕੇ ਦੇ ਦਿੱਤੀ। ਸਿਮਰਨ ਨੂੰ ਉਹ ਘਰ ਉੱਪਰਾ ਜਿਹਾ ਲੱਗ ਰਿਹਾ ਸੀ। ਉਹ ਸਾਰਿਆਂ ਨੂੰ ਮਿਲੀ ਤੇ ਬੱਸ ਅੱਡੇ ਵੱਲ ਚੱਲ ਪਈ। ਇੱਕ ਹੱਥ ਵਿੱਚ ਬੈਗ ਤੇ ਦੂਜੇ ਹੱਥ ਮੁੰਡੇ ਦੀ ਉਂਗਲ। ਆਪਣੀਆਂ ਅੱਖਾਂ ਵਿੱਚ ਪਾਣੀ ਭਰ ਕੇ ਤੁਰ ਪਈ। ਉਸਦੇ ਦਿਮਾਗ ਵਿੱਚ ਬਹੁਤ ਕੁਝ ਆ ਰਿਹਾ ਸੀ। ਜਦੋਂ ਉਹ ਬੱਸ ਵਿੱਚ ਬੈਠੀ ਤਾਂ ਉਹ ਆਪਣੇ ਮਨ ਅੰਦਰ ਬਹੁਤ ਰੋ ਰਹੀ ਸੀ ਤੇ ਮੁੜ-ਮੁੜ ਕੇ ਲਾਈਨਾਂ ਯਾਦ ਕਰ ਰਹੀ ਸੀ ਕਿ ਮਾਂ ਮੈਂ ਮੁੜਨੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਹੋਰ ਕਹਾਣੀਆਂ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੀ ਅਗਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।